ਮਕਾਨ ਦੇ ਜਿਹੜੇ ਘਰ ਦੇ ਵਿੱਚ ਅਸੀਂ ਰਹਿ ਰਹੇ ਹਾਂ, ਯਾਨੀ ਉਹ ਘਰ ਸਾਡਾ ਪੁਰਾਣਾ, ਅਸੀਂ ਉਹ ਸੇਲ ਕਰ ਦਿੱਤਾ। ਉੱਥੇ ਮਤਲਬ ਕਿ ਮੈਂ ਲਾਈਟ ਔਨ ਕਰਨ ਲੱਗੀ ਹਾਂ ਤਾਂ ਇੰਨੇ ਦੇ ਵਿੱਚ ਕੀ ਦੇਖਿਆ ਕਿ ਇੱਕ ਮਾਸ ਜਿਹਦਾ ਬਣਿਆ ਹੋਇਆ ਮਤਲਬ ਕਿ ਇਨਸਾਨ ਹੈ, ਪੋਲਾ ਪੋਲਾ ਮਾਸ ਲਟਕਦਾ ਹੈ। ਤੇ ਮੈਂ ਜਦੋਂ ਸਵਿਚ ਔਨ ਕਰਨ ਲੱਗਦੀ ਹਾਂ ਤਾਂ ਮੇਰਾ ਹੱਥ ਫੜ ਕੇ ਨਾ, ਮਤਲਬ ਸਵਿਚ ਨਹੀਂ ਮੇਰੇ ਕੋਲ ਔਨ ਹੁੰਦੀ ਤੇ ਮੈਂ ਡਰ ਜਾਂਦੀ ਹਾਂ ਦੇਖ ਕੇ। ਤੇ ਮੈਂ ਡਰ ਕੇ ਫਟਾਫਟ ਬਾਹਰ ਚਲੀ ਜਾਂਦੀ ਹਾਂ ਗੇਟ ਕੋਲੇ, ਵੀ ਸ਼ਾਇਦ ਕੋਈ ਹੋਰ ਹੋਊਗਾ, ਮੈਂ ਕਿਸੇ ਹੋਰ ਨੂੰ ਅੰਦਰ ਲੈ ਕੇ ਆਉਂਗੀ, ਮੈਨੂੰ ਤਾਂ ਘਰ 'ਚ ਡਰ ਲੱਗਦਾ ਵੀ ਕੋਈ ਅੰਦਰ ਖੜਾ ਹੈ, ਲਾਈਟ ਨਹੀਂ ਔਨ ਕਰਨ ਦੇ ਰਿਹਾ ਮੈਨੂੰ। ਤਾਂ ਜਦੋਂ ਮੈਂ ਬਾਹਰ ਗਲੀ ਵਿੱਚ ਦੇਖਦੀ ਹਾਂ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ ਤੇ ਮੈਂ ਡਰਦੀ ਮਾਰੀ ਬਾਹਰ ਹੀ ਬੈਠੀ ਰਹਿੰਦੀ ਹਾਂ, ਅੰਦਰ ਨਹੀਂ ਘਰ ਵਿੱਚ ਵੜਦੀ। जय गुरु जी, शुकराना गुरु जी, कोटि कोटि प्रणाम मेरे गुरु जी, लख लख वार शुकराना मेरे गुरु पा। सारी संगत नू मेरा जय गुरु जी, रूहानी आंटी नू मेरा जय गुरु जी। पहला मैं अपना मंत्र जाप करती हाँ। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, लख लख वार शुकराना मेरे गुरु जी, कोटि कोटि प्रणाम मेरे गुरु जी। पहले मैं छोटा जिहा एक सार बोलदी हां गुरु चरणां दे विच। जर्रे जर्रे में है झांकी भगवान की, किसी सूझ वाली आँख ने पहचान की। जर्रे जर्रे में है झांकी भगवान की, गुरु नानक कबीर नहीं जिनकी नज़ीर, पत्ते पत्ते में समाया गुरु नाम है। यही सार समझाया, सारी दुनिया को बताया, सारी चीजें हैं एक ही दुकान की। मेहरबानियां है उसी मेहरबान की, जर्रे जर्रे में है झांकी भगवान की, किसी सूझ वाली आँख ने पहचान की। जर्रे जर्रे में है झांकी भगवान की। जय गुरु जी। संगत जी, पिछले सत्संग च मैं ਸਾਰੀਆਂ ਸੰਗਤਾਂ ਨੂੰ ਦੱਸਿਆ ਸੀ ਕਿ ਸਾਡੇ ਮੋਗੇ ਦੇ ਵਿੱਚ ਗੁਰੂ ਜੀ ਦਾ ਸਤਸੰਗ ਐਤਵਾਰ ਹੋਣਾ, ਤਾਂ ਉਸ ਦਿਨ ਹਵਨ ਕਰਾ ਕੇ ਨਾ ਮਤਲਬ ਕਿ ਦਰਬਾਰ ਦਾ ਨੀਂਹ ਪੱਥਰ ਰੱਖਣਾ ਸੀ। ਸਾਰੀਆਂ ਸੰਗਤਾਂ ਪਹੁੰਚੀਆਂ, ਬਹੁਤ ਵਧੀਆ ਗੁਰੂ ਮਹਾਰਾਜ ਦਾ ਸਤਸੰਗ ਹੋਇਆ, ਇੰਨੀ ਖੁਸ਼ੀ ਮਿਲੀ। ਪੰਡਤ ਜੀ ਤੋਂ ਹਵਨ ਕਰਵਾਇਆ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਸਭ ਨੇ, ਤਾਂ ਫੁੱਲਾਂ ਦੀ ਵਰਖਾ ਹੋਈ, ਬਹੁਤ ਨੱਚੇ, ਸਾਰੀਆਂ ਸੰਗਤਾਂ ਬਹੁਤ ਨੱਚੀਆਂ। ਹੇ ਮੇਰੇ ਗੁਰੂ ਮਹਾਰਾਜ ਜੀ, ਇਸ ਤਰ੍ਹਾਂ ਹੀ ਪੈਰ ਹਰ ਵੇਲੇ ਚੰਗੇ ਪਾਸੇ ਸਾਡਾ ਕੱਢਿਓ, ਚੰਗੀਆਂ ਥਾਵਾਂ ਤੇ ਅਸੀਂ ਜਾਂਦੇ ਰਹੀਏ, ਕੋਈ ਵਿਘਨ ਨਾ ਪਵੇ। ਘਰ ਦੇ ਕੰਮ ਕਰ ਕਰਕੇ ਵੀ ਅਸੀਂ ਛੱਡ ਕੇ ਸਵੇਰੇ ਸਵੇਰੇ ਗਏ। ਸੰਗਤ ਜੀ 10 ਵਜੇ ਨੂੰ ਅਸੀਂ ਉੱਥੇ ਪਹੁੰਚਣਾ, ਸਾਡੀ ਸੇਵਾ ਲੱਗੀ ਸੀ। ਤਾਂ ਗੁਰੂ ਮਹਾਰਾਜ ਨੇ ਸਾਨੂੰ ਸਭ ਤੋਂ ਪਹਿਲਾਂ ਹੀ ਅਸੀਂ ਪਹੁੰਚ ਗਏ, ਹਜੇ ਇੰਨੀਆਂ ਸੰਗਤਾਂ ਆਈਆਂ ਨਹੀਂ ਸੀ, ਟੈਂਟ ਲੱਗ ਰਿਹਾ ਸੀਗਾ। ਤਾਂ ਗੁਰੂ ਮਹਾਰਾਜ ਨੇ ਆਪਣੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਸੋਹਣੇ ਦਰਸ਼ਨ ਦਿੱਤੇ। ਜਦੋਂ ਗੱਦੀ ਦੇ ਵਿੱਚ ਦੇਖਣ ਲੱਗੇ, ਜਿਵੇਂ ਕਿਤੇ ਕਿਸੇ ਫੋਟੋ ਦਾ ਆਪਾਂ ਨੈਗੇਟਿਵ ਦੇਖਦੇ ਹਾਂ ਨਾ, ਥੋੜਾ ਜਿਹਾ ਧੁੰਦਲਾ ਦਿਸਦਾ ਵਾ, ਇਸ ਤਰ੍ਹਾਂ ਗੱਦੀ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਸਾਰੀਆਂ ਸੰਗਤਾਂ ਨੂੰ ਨਜ਼ਰ ਆਇਆ। ਗੁਰੂ ਮਹਾਰਾਜ ਜੀ ਖੁਦ ਪਹੁੰਚੇ ਹੋਏ ਸੀ ਉਸ ਜਗ੍ਹਾ ਦੇ ਉੱਤੇ, ਔਰ ਇੰਨੀ ਖੁਸ਼ੀ ਮਿਲੀ, ਇੰਨਾ ਆਨੰਦ ਆਇਆ ਜਾ ਕੇ। ਮੇਰੇ ਸੰਗਤ ਜੀ, ਬਹੁਤ ਹੀ ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਅਸੀਂ ਦੱਸ ਨਹੀਂ ਸਕਦੇ ਜੋ ਅਸੀਂ ਦੇਖਿਆ। ਮੇਰੇ ਗੁਰੂ ਮਹਾਰਾਜ ਨੇ ਸਾਰੀਆਂ ਸੰਗਤਾਂ ਤੇ ਬਹੁਤ ਮਿਹਰ ਕੀਤੀ, ਸਾਰੇ ਨੱਚਦੇ ਗਾਉਂਦੇ ਰਹੇ। ਲੰਗਰ ਪ੍ਰਸ਼ਾਦ ਬਹੁਤ ਸੋਹਣਾ ਸਾਰਿਆਂ ਨੂੰ ਮਿਲਿਆ, ਪੂਰੀ ਪ੍ਰਸ਼ਾਦ, ਕੜਾਹ ਪ੍ਰਸ਼ਾਦ, ਆਲੂ ਪੂਰੀ ਦੀ ਮਤਲਬ ਕਿ ਸਬਜ਼ੀ ਸੀਗੀ, ਨਾਲ ਸਮੋਸਾ ਪ੍ਰਸ਼ਾਦ, ਨਾਲ ਲੱਡੂ ਪ੍ਰਸ਼ਾਦ, ਚਾਹ ਪ੍ਰਸ਼ਾਦ। ਗੁਰੂ ਮਹਾਰਾਜ ਨੇ ਇੰਨੀ ਮਿਹਰ ਕੀਤੀ, ਸਾਰੀਆਂ ਸੰਗਤਾਂ ਨੇ ਆਪਦਾ ਰੱਜ ਰੱਜ ਕੇ ਸਭ ਨੇ ਲੰਗਰ ਪ੍ਰਸ਼ਾਦ ਗੁਰੂ ਮਹਾਰਾਜ ਨੇ ਇੰਨਾ ਦਿੱਤਾ, ਸਭ ਦੇ ਕਸ਼ਟ ਦੂਰ ਕਰ ਦਿੱਤੇ। ਕੋਈ ਰਿਹਾ ਨਹੀਂ ਹੋਊਗਾ ਜਿਹੜਾ ਬੰਦਾ ਇੱਥੇ ਸੰਤੁਸ਼ਟ ਹੋ ਕੇ ਨਾ ਗਿਆ ਹੋਵੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਜੋ ਆਸੇ ਪਾਸੇ ਦੇ ਕੋਈ ਲੋਕ ਵੀ ਸੀ ਨਾ, ਵਰਕਰ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਆਸ਼ੀਰਵਾਦ ਦਵਾਏ। ਸਾਰੇ ਉੱਠ ਕੇ ਆ ਕੇ ਚਾਹ ਪੀ ਕੇ ਗਏ, ਪ੍ਰਸ਼ਾਦ ਲੈ ਕੇ ਗਏ। ਮਹਾਰਾਜ ਸਭ ਤੇ ਇੰਨੇ ਖੁਸ਼ ਸੀ, ਸਭ ਨੂੰ ਬਹੁਤ ਮਿਹਰਾਂ ਕੀਤੀਆਂ, ਝੋਲੀਆਂ ਭਰ ਭਰ ਕੇ ਲੈ ਕੇ ਗਏ। ਸੰਗਤ ਜੀ, ਜਦੋਂ ਅਸੀਂ ਸ਼ਾਮ ਨੂੰ ਆਉਣ ਲੱਗੇ, ਕਿਉਂਕਿ ਸੰਗਤਾਂ ਉੱਥੇ ਦੂਰ ਕਰਕੇ ਕੁਛ ਲੋਕ ਘੱਟ ਪਹੁੰਚੇ, ਤਾਂ ਉਹ ਜੋ ਵੀ ਮਤਲਬ ਪੂਰੀ ਪ੍ਰਸ਼ਾਦ, ਸਬਜ਼ੀ ਪ੍ਰਸ਼ਾਦ ਜੋ ਵੀ ਬਚਿਆ,
ਸਮੋਸਾ ਪ੍ਰਸ਼ਾਦ ਸਾਰੀਆਂ ਸੰਗਤਾਂ ਨੂੰ ਉਹਨਾਂ ਨੇ ਸੇਵਾਦਾਰਾਂ ਨੇ ਕਿਹਾ ਕਿ ਜਿੰਨੇ ਵੀ ਆਪਣੇ ਸੰਗਤ ਵਾਲੇ ਆ ਜਾਂ ਜਿੰਨੇ ਵੀ ਆਪਣੀਆਂ ਸੰਗਤਾਂ ਆਈਆਂ ਸਾਰੇ ਜਿਹੜੀ ਵੀ ਚੀਜ਼ ਬਚ ਗਈ ਆਪਾਂ ਵੇਸਟ ਨਹੀਂ ਜਾਂਦਾ ਨਹੀਂ ਘਰ ਜਾ ਕੇ ਸਾਰੇ ਖਾਈਓ। ਉਹਨਾਂ ਨੇ ਭਰ ਸਭ ਨੂੰ ਲਿਫਾਫੇ ਮਤਲਬ ਕਿ ਦਿੱਤੇ। ਮੇਰੇ ਗੁਰੂ ਮਹਾਰਾਜ ਨੇ ਇੰਨੀ ਮਿਹਰ ਕੀਤੀ ਸਾਰਿਆਂ ਨੂੰ, ਕੋਈ ਸਭ ਖੁਸ਼ ਗਏ ਹੱਸਦੇ ਖੇਲਦੇ, ਇੰਨਾ ਆਨੰਦ ਆਇਆ। ਹੇ ਮੇਰੇ ਮਾਲਕਾ, ਜਿਸ ਤਰ੍ਹਾਂ ਸਾਨੂੰ ਇੰਨਾ ਆਨੰਦ ਦਿੱਤਾ ਸਾਰੀਆਂ ਸੰਗਤਾਂ ਨੂੰ ਇਸ ਤਰ੍ਹਾਂ ਹੀ ਆਨੰਦ ਦਿੰਦੇ ਜਾਈਓ। ਖੁਸ਼ ਹੋ ਕੇ ਸਾਰੇ ਜਾਣ, ਨੱਚਦੇ ਗਾਉਂਦੇ ਜਾਣ। ਹਰ ਇੱਕ ਦੇ ਅੰਦਰੋਂ ਜੋ ਵੀ ਕੋਈ ਆਪਣੀਆਂ ਕਾਮਨਾ ਮਨ ਦੀਆਂ ਭਾਵਨਾਵਾਂ ਲੈ ਕੇ ਆਇਆ, ਗੁਰੂ ਮਹਾਰਾਜ ਨੇ ਹਰ ਇੱਕ ਦੀ ਸੁਣੀ, ਹਰ ਇੱਕ ਖੁਸ਼ ਗਿਆ। ਕਿਸੇ ਦਾ ਕੋਈ ਦੁੱਖ, ਕਿਸੇ ਦੀ ਕੋਈ ਤਕਲੀਫ, ਮਾਲਕ ਜਾਨੀ ਜਾਨ ਹੈ। ਮੈਂ ਤਾਂ ਬੈਠਦੇ ਸਾਰੀ ਆਪਣੇ ਗੁਰੂ ਮਹਾਰਾਜ ਨੂੰ ਕਿਹਾ ਸੀ, ਮਾਲਕ ਜੀ ਮੈਨੂੰ ਤਾਂ ਤੁਹਾਡੇ ਦਰਸ਼ਨ ਚਾਹੀਦੇ ਆ, ਕੁਛ ਨਹੀਂ ਚਾਹੀਦਾ, ਸਭ ਕੁਝ ਤੁਸੀਂ ਮੇਰਾ ਦਿੱਤਾ। ਸਾਰੀਆਂ ਬਿਮਾਰੀਆਂ ਜੋ ਸਾਡੇ ਸੰਕਟ ਆਏ ਸਾਰੇ ਤੁਸੀਂ ਸਾਡੇ ਕੱਟ ਦਿੱਤੇ। ਮੈਨੂੰ ਆਪਣੇ ਗੁਰੂ ਮਹਾਰਾਜ ਤੇ ਬਹੁਤ ਵਿਸ਼ਵਾਸ ਸੀ, ਮੇਰੇ ਮਾਲਕ ਦਿਲ ਦੀਆਂ ਗੱਲਾਂ ਜਾਣਦੇ ਆ। ਸੰਗਤ ਜੀ, ਮੇਰੀ ਬੇਟੀ ਦਾ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਇੱਕ ਦੋ ਰਿਸ਼ਤੇ ਆਏ, ਸਾਨੂੰ ਠੀਕ ਨਹੀਂ ਲੱਗੇ ਕਿਉਂਕਿ ਅਸੀਂ ਥੋੜਾ ਜਿਹਾ ਭਗਤੀ ਪਾਠ ਵਾਲਾ ਲੜਕਾ ਲੱਭਦੇ ਆ। ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਥੋੜੇ ਜਿਹੇ ਤੁਹਾਨੂੰ ਪਤਾ ਘੱਟ ਹੀ ਬੱਚੇ ਅੱਜ ਕੱਲ ਦੇ ਲਗਨ ਘੱਟ ਲੋਕਾਂ ਦੀ ਹੈ ਵੈਸੇ ਇਹੋ ਜਿਹੀ ਗੱਲ ਨਹੀਂ ਹੈ, ਬਹੁਤ ਬੱਚੇ ਲਾਇਕ ਵੀ ਹੈਗੇ ਆ ਘਰਾਂ ਦੇ। ਸਾਡੇ ਪਰਿਵਾਰਾਂ 'ਚ ਵੀ ਬੱਚੇ ਬਹੁਤ ਲਾਇਕ ਹੈ। ਕੁਝ ਬੱਚੇ ਏਦਾਂ ਵੀ ਹੈ ਜਿਹੜੇ ਨਹੀਂ ਹੈਗੇ, ਸੁਸਾਇਟੀਆਂ ਇਹੋ ਜਿਹੀਆਂ 'ਚ ਬੁਰੀਆਂ 'ਚ ਪੈ ਜਾਂਦੇ ਸੰਗਤਾਂ 'ਚ। ਤਾਂ ਸਾਨੂੰ ਜੋ ਸੇਵਾਦਾਰ ਸੀਗੇ ਉਹਨਾਂ ਨੇ ਲੜਕੇ ਦਾ ਵੀ ਇੱਕ ਵਾਰੀ ਦੱਸਿਆ ਕਿ ਵੀ ਅਸੀਂ ਆਂਟੀ ਜੀ ਤੁਹਾਡੀ ਬੇਟੀ ਵਾਸਤੇ ਜੇ ਲੜਕਾ ਦੱਸਦੇ ਆ ਸਾਨੂੰ ਬਾਇਓ ਡਾਟਾ ਦਿਓ। ਮੈਨੂੰ ਇਸ ਤਰ੍ਹਾਂ ਹੀ ਲੱਗਿਆ ਸੰਗਤ ਜੀ, ਮੇਰੇ ਗੁਰੂ ਮਹਾਰਾਜ ਜੀ ਆਏ ਆ, ਉਹਨਾਂ ਨੇ ਬਾਇਓ ਡਾਟਾ ਮੰਗਿਆ ਵਾ। ਉਹ ਸੇਵਾਦਾਰ ਨਹੀਂ ਸੀਗੇ, ਮੇਰੇ ਗੁਰੂ ਮਹਾਰਾਜ ਜੀ ਨੇ ਮੰਗਿਆ ਵਾ। ਉਹਨਾਂ ਦਿਲਾਂ ਦੀਆਂ ਜਾਣਦੇ, ਉਹਨਾਂ ਨੂੰ ਪਤਾ ਵਾ ਵੀ ਹੁਣ ਇਹਨਾਂ ਦੀ ਇਹੀ ਇੱਕ ਖੁਆਇਸ਼ ਵਾ, ਲੜਕੀ ਨੂੰ ਚੰਗਾ ਘਰ ਮਿਲ ਜਾਵੇ, ਭਗਤ ਬੰਦਾ ਮਿਲ ਜੇ। ਕੱਲੀ ਬੇਟੀ ਹੈ, ਪਿੱਛੇ ਬੇਟਾ ਨਹੀਂ ਹੈਗਾ, ਇਸ ਕਰਕੇ ਮੇਰੇ ਤਾਂ ਗੁਰੂ ਮਹਾਰਾਜ ਜੀ ਆ ਜੀ, ਸਾਡਾ ਤਾਂ ਕੋਈ ਨਹੀਂ ਹੈਗਾ। ਸੰਗਤ ਜੀ, ਮੈਂ ਪਹਿਲੇ ਦਿਨ ਵੀ ਕਿਹਾ ਸੀ ਸਾਡਾ ਕੋਈ ਨਹੀਂ ਹੈ। ਸਾਡੇ ਦੇਖੋ ਮਾਂ ਬਾਪ, ਸੱਸ ਸਹੁਰਾ ਜੋ ਵੀ ਆ ਉਹਨਾਂ ਦੀ ਡੈਥ ਹੋਈ ਹੈ, ਪਰਿਵਾਰ ਪਿੱਛੇ ਨਹੀਂ ਹੈਗਾ। ਜੋ ਬਾਕੀ ਭੈਣਾਂ ਭਰਾਵਾਂ ਦੇ ਰਿਸ਼ਤੇ ਆ ਉਹ ਸਭ ਲੋਕ ਜਾਣਦੇ ਆ ਵੀ ਜਿਸ ਤਰ੍ਹਾਂ ਦਾ ਆਪਾਂ ਕਰ ਲਾਂਗੇ ਉਸ ਤਰ੍ਹਾਂ ਦਾ ਅਗਲੇ ਮੋੜ ਕਰਦੇ ਆ। ਅੱਜ ਕੱਲ ਕੋਈ ਕਿਸੇ ਨੂੰ ਲੜਕਾ ਨਹੀਂ ਦੱਸਦਾ, ਕੋਈ ਕਿਸੇ ਨੂੰ ਲੜਕੀ ਨਹੀਂ ਦੱਸਦੀ। ਪਹਿਲਾਂ ਤਾਂ ਲੜਕੇ ਲੜਕੀਆਂ ਖੁਦ ਹੀ ਲਵ ਮੈਰਿਜ ਕਰਾਉਂਦੇ ਆ। ਜੇ ਇਹਨਾਂ ਪਰਿਵਾਰਾਂ 'ਚ ਸਾਡੇ ਵਰਗਿਆਂ 'ਚ ਹਜੇ ਨਹੀਂ ਕਰਾਉਣ ਲੱਗੇ, ਮਾਂ ਬਾਪ ਦੇਖਦੇ ਆ, ਉਹਨਾਂ ਦੇ ਤਾਂ ਗੁਰੂ ਮਹਾਰਾਜ ਜੀ ਹੈ। ਉਹਨਾਂ ਦੇ ਤਾਂ ਗੁਰੂ ਮਹਾਰਾਜ ਜੀ, ਅਸੀਂ ਤਾਂ ਇਹੀ ਕਿਹਾ ਸਾਡੇ ਤਾਂ ਗੁਰੂ ਮਹਾਰਾਜ ਜੀ ਹੈ। ਆਪਣਾ ਜਨਮ ਦਾ ਸਾਥ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਹੋਇਆ। ਕੋਈ ਚੰਗੇ ਕਰਮ ਕਰਕੇ ਆਏ ਸੀ ਕਿ ਮਾਲਕ ਨੇ ਸਾਡਾ ਹੱਥ ਫੜ ਲਿਆ, ਤਾਂ ਅੱਜ ਸਾਨੂੰ ਪਾਰ ਵੀ ਲੰਘਾਉਣਗੇ ਉਹੀ। ਅਸੀਂ ਤਾਂ ਕਦੇ ਵੀ ਮਾਲਕ ਨੂੰ ਇਹ ਨਹੀਂ ਕਿਹਾ ਵੀ ਜਿਸ ਚੀਜ਼ ਦੀ ਸਾਡੇ 'ਚ ਕਮੀ ਰਹਿ ਜਾਂਦੀ ਹੈ ਜਾਂ ਸਾਨੂੰ ਲੋੜ ਹੁੰਦੀ ਹੈ, ਮੇਰੇ ਮਾਲਕ ਖੁਦ ਆ ਕੇ ਆਪ ਸਾਨੂੰ ਪਾਰ ਲੰਘਾਉਂਦੇ ਆ। ਸੰਗਤ ਜੀ, ਜਿਸ ਤਰ੍ਹਾਂ ਸਾਡੇ ਤੇ ਮੇਰਾ ਕੀਤੀਆਂ, ਇਹ ਮੇਰੇ ਮਾਲਕਾ ਸਭ ਤੇ ਕਰੀ, ਸਭ ਤੇ ਕਰੀ। ਸਾਰੀ ਸੰਗਤਾਂ ਨੂੰ ਖੁਸ਼ ਰੱਖੀ। ਜਿਸ ਨੂੰ ਮੁੰਡੇ ਦੀ ਲੜਕੇ ਦੀ ਲੋੜ ਆ, ਉਹਦੇ ਘਰੇ ਲੜਕੇ ਦੀ ਪ੍ਰਾਪਤੀ ਹੋਵੇ। ਕਿਸੇ ਨੂੰ ਵਹੁਟੀਆਂ ਦੀ ਲੜਕੀਆਂ ਦੀ ਉਡੀਕ ਹੈ ਕਿ ਸਾਡੇ ਲੜਕਿਆਂ ਦੀ ਸ਼ਾਦੀ ਹੋਵੇ, ਉਹਨਾਂ ਨੂੰ ਉਦਾਂ ਦੀਆਂ ਲੜਕੀਆਂ ਮਾਲਕਾ ਜੋੜੀ। ਹਰ ਇੱਕ ਨੂੰ ਆਪਣੇ ਆਪਣੇ ਬੱਚਿਆਂ ਦੀ ਭਾਵਨਾ ਚੰਗੀ ਮਿਲ ਜਾਵੇ ਤਾਂ ਅੱਛੀ ਗੱਲ ਹੈ। ਬਾਕੀ ਮਾਲਕ ਜੀ ਤੁਸੀਂ ਖੁਦ ਬੈਠੇ ਆ ਮੇਰੇ ਗੁਰੂ ਮਹਾਰਾਜ, ਸਾਨੂੰ ਕੋਈ ਚਿੰਤਾ ਨਹੀਂ ਹੈ। ਮੈਂ ਘਰੇ ਆ ਕੇ ਵੀ ਆਪਣੇ ਅੰਕਲ ਜੀ ਨੂੰ ਇਹੀ ਗੱਲ ਕਹੀ ਸੀ ਕਿ ਗੁਰੂ ਮਹਾਰਾਜ, ਮੈਨੂੰ ਤਾਂ ਇਹੀ ਲੱਗਿਆ ਮੇਰੇ ਗੁਰੂ ਮਹਾਰਾਜ ਜੀ ਮੈਨੂੰ 2 ਮਿੰਟ ਕੱਢ ਕੇ ਇਹ ਗੱਲ ਕਹਿ ਕੇ ਗਏ ਆ, ਉਹ ਸੰਗਤ ਦੇ ਰੂਪ ਵਿੱਚ ਆ ਕੇ ਕਹਿ ਕੇ ਗਏ ਆ। ਸੰਗਤ ਜੀ, ਜੇਕਰ ਇਹ ਰਿਸ਼ਤਾ ਸਾਡਾ ਠੀਕ ਹੋਇਆ, ਮਤਲਬ ਸਿਰੇ ਚੜ੍ਹਦਾ ਵਾ, ਗੁਰੂ ਮਹਾਰਾਜ ਨੇ ਜੋੜ ਦਿੱਤਾ, ਤਾਂ ਮੈਂ ਆਪਣੇ ਅਗਲੇ ਆਉਣ ਵਾਲੇ ਸਤਸੰਗ ਦੇ ਵਿੱਚ ਸ਼ੁੱਕਰਵਾਰ ਨੂੰ ਜਦ ਤੱਕ ਜੋ ਵੀ ਗੱਲ ਹੋਊਗੀ ਮੈਂ ਸੰਗਤਾਂ ਨੂੰ ਜ਼ਰੂਰ ਦੱਸੂਗੀ, ਕਿਉਂਕਿ ਸੰਗਤ ਪਰਿਵਾਰ ਹੀ ਮੇਰਾ ਇੱਕ ਪਰਿਵਾਰ ਹੈ। ਮੈਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ ਆਪਣਾ ਪਰਿਵਾਰ ਨਹੀਂ ਸਮਝਦੀ। ਮੈਂ ਅੱਗੇ ਵੀ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮੇਰਾ ਸੰਗਤਾਂ ਨਾਲ ਹੀ ਪਰਿਵਾਰ ਹੈ, ਸੰਗਤ ਹੀ ਮੇਰਾ ਭੈਣ ਭਰਾ ਹੈ। ਤੇ ਗੁਰੂ ਮਹਾਰਾਜ ਨੇ ਸਾਨੂੰ ਜੋੜਿਆ ਹੈ, ਪਰਿਵਾਰ ਬਣਾਇਆ ਹੈ, ਲੜੀ ਬਣਾਈ ਹੈ। ਇਹਦੇ ਵਿੱਚ ਜਨਮ ਜਨਮ 'ਚ ਜੋੜੀ ਰੱਖਿਓ ਮੇਰੇ ਮਾਲਕਾ, ਇੱਕ ਪਲ ਵੀ ਦੂਰ ਨਾ ਕਰਿਓ। ਬਾਕੀ ਰੂਹਾਨੀ ਆਂਟੀ ਜੀ ਦਾ ਚੈਨਲ ਬਹੁਤ ਅੱਛਾ ਲੱਗਿਆ ਸਾਨੂੰ, ਸਾਰੀਆਂ ਸੰਗਤਾਂ ਦੀ ਮੈਂ ਸਤਸੰਗ ਸੁਣਦੀ ਹਾਂ ਔਰ ਟਾਈਮ ਨਾਲ ਹੀ ਦਿੰਦੇ ਆ, ਸਾਰੇ ਖੁਸ਼ ਹੁੰਦੇ ਆ ਕਿ ਆਂਟੀ ਜੀ ਮਾਲਕ ਵਧਾਵੇ ਫਲਾਵੇ, ਉਹਨਾਂ ਨੂੰ ਵਾਧਾ ਕਰੇ, ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੇਵੇ। ਮੈਂ ਵੀ ਇਹੀ ਕਹੂੰਗੀ, ਇਹ ਮਾਲਕਾ ਜਿਹੜੀ ਆਂਟੀ ਸਾਨੂੰ ਦੇ ਰਹੇ ਆ ਇੰਨੀ ਖੁਸ਼ੀਆਂ, ਟਾਈਮ ਨਾਲ ਸਤਸੰਗ ਪਾਉਂਦੇ ਆ, ਹਰ ਇੱਕ ਦੀਆਂ ਖੁਸ਼ੀਆਂ ਬਿਆਨ ਕਰਦੇ ਆ ਸਤਸੰਗ ਦੇ ਵਿੱਚ, ਮੇਰੇ ਗੁਰੂ ਮਹਾਰਾਜ ਜੀ ਉਹਨਾਂ ਤੇ ਮਿਹਰ ਦਾ ਹੱਥ ਰੱਖਿਓ। ਬਾਕੀ ਸੰਗਤ ਜੀ, ਜਦੋਂ ਮੈਂ ਕੱਲ ਥੱਕੀ ਤਾਂ ਆਈ ਸੀ, ਲੇਕਿਨ ਮੈਨੂੰ ਪੈਂਦੇ ਸਾਰੀ ਨੀਂਦ ਆ ਗਈ। ਤਾਂ 4 ਵਜੇ ਮੇਰੀ ਅੱਖ ਖੁੱਲੀ ਤੇ ਮੈਨੂੰ ਬਹੁਤ ਹੀ ਇੱਕ ਭਿਆਨਕ ਸੁਪਨਾ ਫੇਰ ਆਇਆ। ਵੈਸੇ ਤਾਂ ਮੈਨੂੰ ਅੱਗੇ ਸੁਪਨੇ ਬਿਲਕੁਲ ਨਹੀਂ ਸੀ ਆਉਂਦੇ। ਤਾਂ ਹੁਣ ਗੁਰੂ ਮਹਾਰਾਜ ਜੀ ਆਪੇ ਜਾਨੀ ਜਾਨ ਆ, ਜਦੋਂ ਜੋ ਵੀ ਕੁਛ ਆਉਂਦਾ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖ ਦਿੰਦੀ ਹਾਂ। ਚੰਗਾ ਮਾੜਾ ਮੈਨੂੰ ਇੰਨਾ ਪਤਾ ਨਹੀਂ ਲੱਗਦਾ, ਕਿਸ ਭਾਵ ਨਾਲ ਕਿੱਦਾਂ ਦਾ ਸੁਪਨਾ, ਮਤਲਬ ਉਹਦਾ ਕੀ ਅਰਥ ਹੈ, ਗੁਰੂ ਮਹਾਰਾਜ ਜੀ ਆਪੇ ਜਾਨੀ ਜਾਨ ਹੈ। ਜੇ ਕੋਈ ਮਾੜਾ ਆਇਆ ਤਾਂ ਗੁਰੂ ਮਹਾਰਾਜ ਜੀ ਤੁਸੀਂ ਹੀ ਨਸ਼ਟ ਕਰਨਾ ਹੈ, ਚੰਗਾ ਆਇਆ ਤਾਂ ਹੀ ਤੁਸੀਂ ਜਾਣਦੇ ਆ, ਤੁਸੀਂ ਚੰਗਾ ਵੀ ਕਰੋਗੇ, ਤੁਸੀਂ ਮਾੜਾ ਵੀ ਆਉਂਦਾ, ਸਭ ਆਪਣੇ ਚਰਨਾਂ ਦੇ ਵਿੱਚ ਅਸੀਂ ਦੱਸ ਰਹੇ ਹਾਂ ਗੁਰੂ ਮਹਾਰਾਜ ਜੀ ਤੁਹਾਨੂੰ। ਸਾਡਾ
ਮਨਜ਼ੂਰ ਕਰਿਓ ਜੋ ਵੀ ਮੈਂ ਦੱਸ ਰਹੀ ਹਾਂ, ਜਿਸ ਤਰ੍ਹਾਂ ਦਾ ਵੀ ਹੋਇਆ, ਜੋ ਸਵਾਲ ਹੋਊਗਾ ਮੈਨੂੰ ਆਪਣੇ ਸਤਸੰਗ ਦੇ ਵਿੱਚ ਦੀ ਹਿੰਟ ਦੇ ਦਿਓ। ਕਿਆ ਆਇਆ ਕਿ ਰਾਤ ਨੂੰ ਸੁਪਨੇ ਦੇ ਵਿੱਚ 4 ਵਜੇ ਵੀ ਮਤਲਬ ਮਕਾਨ ਦੇ ਜਿਹੜੇ ਘਰ ਦੇ ਵਿੱਚ ਅਸੀਂ ਰਹਿ ਰਹੇ ਹਾਂ, ਯਾਨੀ ਉਹ ਘਰ ਸਾਡਾ ਪੁਰਾਣਾ ਸੀ, ਉਹ ਸੇਲ ਕਰ ਦਿੱਤਾ। ਉੱਥੇ ਮਤਲਬ ਕਿ ਮੈਂ ਲਾਈਟ ਔਨ ਕਰਨ ਲੱਗੀ ਹਾਂ ਤਾਂ ਇੰਨੇ ਦੇ ਵਿੱਚ ਕੀ ਦੇਖਿਆ ਕਿ ਇੱਕ ਮਾਸ ਜਿਹਦਾ ਬਣਿਆ ਹੋਇਆ ਮਤਲਬ ਕਿ ਇਨਸਾਨ ਹੈ, ਪੋਲਾ ਪੋਲਾ ਮਾਸ ਲਟਕਦਾ। ਤੇ ਮੈਂ ਜਦੋਂ ਸਵਿਚ ਔਨ ਕਰਨ ਲੱਗਦੀ ਹਾਂ ਤਾਂ ਮੇਰਾ ਹੱਥ ਫੜ ਕੇ ਨਾ ਮਤਲਬ ਸਵਿਚ ਨਹੀਂ ਮੇਰੇ ਕੋਲ ਔਨ ਹੁੰਦੀ, ਤੇ ਮੈਂ ਡਰ ਜਾਂਦੀ ਹਾਂ ਦੇਖ ਕੇ। ਤੇ ਮੈਂ ਡਰ ਕੇ ਫਟਾਫਟ ਬਾਹਰ ਚਲੀ ਜਾਂਦੀ ਹਾਂ ਗੇਟ ਕੋਲੇ, ਵੀ ਸ਼ਾਇਦ ਕੋਈ ਹੋਰ ਹੋਊਗਾ, ਮੈਂ ਕਿਸੇ ਹੋਰ ਨੂੰ ਅੰਦਰ ਲੈ ਕੇ ਆਉਂਗੀ, ਮੈਨੂੰ ਤਾਂ ਘਰ 'ਚ ਡਰ ਲੱਗਦਾ ਵੀ ਕੋਈ ਅੰਦਰ ਖੜਾ ਹੈ, ਲਾਈਟ ਨਹੀਂ ਔਨ ਕਰਨ ਦੇ ਰਿਹਾ ਮੈਨੂੰ। ਤਾਂ ਜਦੋਂ ਮੈਂ ਬਾਹਰ ਗਲੀ ਵਿੱਚ ਦੇਖਦੀ ਹਾਂ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ, ਤੇ ਮੈਂ ਡਰਦੀ ਮਾਰੀ ਬਾਹਰ ਹੀ ਬੈਠੀ ਰਹਿੰਦੀ ਹਾਂ, ਅੰਦਰ ਨਹੀਂ ਘਰ ਵਿੱਚ ਵੜਦੀ। ਸੰਗਤ ਜੀ, ਜੋ ਮੈਨੂੰ ਰਾਤ ਨੂੰ ਭਿਆਨਕ ਸੁਪਨਾ ਸੀ, ਵੈਸੇ ਤਾਂ ਮੈਂ ਡਰੀ ਹੋਈ ਸੀਗੀ ਵੀ ਕੋਈ ਚੀਜ਼ ਵਾ ਜਾਂ ਕੁਛ ਵਾ, ਮੈਨੂੰ ਇਦਾਂ ਹੀ ਲੱਗ ਰਿਹਾ ਸੀ। ਪਰ ਇੱਕਦਮ ਜਦੋਂ ਮੇਰੀ ਅੱਖ ਖੁੱਲੀ ਤੇ ਪਹਿਲਾਂ ਮੈਂ ਬਾਥਰੂਮ ਗਈ, ਫਿਰ ਮੈਂ ਆ ਕੇ ਆਪਣਾ ਮੰਤਰ ਜਾਪ ਗੁਰੂ ਮਹਾਰਾਜ ਦਾ ਲਾਤਾ। 4:15 ਦਾ ਟਾਈਮ ਸੀਗਾ, ਤੇ ਮੈਂ ਮੰਤਰ ਜਾਪ ਮਤਲਬ ਸੁਣਨ ਲੱਗ ਗਈ। ਮੇਰਾ ਮਤਲਬ ਉਧਰੋਂ ਜਿਹੜਾ ਸੀ ਡਰ ਵਾਲਾ ਮਾਹੌਲ ਸੀਗਾ ਉਹ ਖਤਮ ਹੋਣ ਨਾਲ ਲੱਗ ਗਿਆ, ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਦਰਸ਼ਨ ਕਰਕੇ ਆਪਣਾ ਸਤਸੰਗ ਸੁਣਨ ਲੱਗ ਗਈ। ਸੰਗਤ ਜੀ, ਇਹ ਕਿਤੇ ਕਿਤੇ ਇਦਾਂ ਦੇ ਗੰਦੇ ਗੰਦੇ ਸੁਪਨੇ ਆਉਂਦੇ ਆ, ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਸੇ ਕਰਕੇ ਰੱਖਦੇ ਆ, ਜੇ ਕੋਈ ਇਦਾਂ ਦਾ ਕੋਈ ਮਗਰ ਪੈਂਦਾ ਜਾਂ ਕੋਈ ਗਲਤ ਕੰਮ ਕਰਦਾ, ਤੁਸੀਂ ਆਪੇ ਉਹਨਾਂ ਨੂੰ ਨਸ਼ਟ ਕਰਨਾ। ਸਾਡੇ ਤੇ ਏਡੀ ਵੱਡੀ ਸ਼ਕਤੀ ਬੈਠੀ ਆ, ਸਾਡੇ ਗੁਰੂ ਮਹਾਰਾਜ ਜੀ ਭਗਵਾਨ ਸ਼ਿਵ ਦਾ ਰੂਪ। ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡਾ ਕੋਈ ਵਾਲ ਵਿੰਗਾ ਕਰ ਦੂਗਾ? ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਸਾਡੀ ਏਡੀ ਸ਼ਕਤੀ ਸਾਡੇ ਸਿਰ ਦੇ ਉੱਤੇ ਬੈਠੀ ਹੈ, ਛਤਰ ਛਾਇਆ ਬਣਾਈ, ਮੇਰੇ ਘਰ ਦੇ ਵਿੱਚ ਵਿਰਾਜਮਾਨ ਹੈ ਮੇਰੇ ਗੁਰੂ ਮਹਾਰਾਜ ਜੀ। ਇਸ ਕਰਕੇ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ। ਹਰ ਵੇਲੇ ਗੁਰੂ ਮੰਤਰ ਪੜ੍ਹਦੇ ਆ, ਗਲ ਵਿੱਚ ਪਾਇਆ ਹੈ ਗੁਰੂ ਜੀ ਦਾ ਸਰੂਪ, ਤੇ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਹੈ। ਹੇ ਮੇਰੇ ਮਾਲਕਾ, ਜੇ ਕੋਈ ਬੁਰਾ ਹੋਇਆ ਉਹਨੂੰ ਆਪੇ ਨਸ਼ਟ ਕਰ ਦਿਓ। ਤੁਹਾਡੇ ਚਰਨਾਂ ਦੇ ਵਿੱਚ ਜੋ ਜੋ ਕੁਝ ਵੀ ਦਿਖਾਈ ਦਿੱਤਾ ਮੈਂ ਦੱਸ ਚੁੱਕੀ ਹਾਂ ਸੰਗਤ ਜੀ। ਬਾਕੀ ਗੁਰੂ ਮਹਾਰਾਜ ਨੇ ਜਿੰਨੇ ਵੀ ਸਤਸੰਗ ਮੈਨੂੰ ਸੁਣਾਏ ਆ, ਸਾਰੇ ਬਿਲਕੁਲ ਸਹੀ ਲੱਗੇ ਔਰ ਸਾਡੇ ਲਈ ਠੀਕ ਸੀਗੇ। ਜੋ ਵੀ ਸਾਨੂੰ ਹਿੰਟ ਦਿੰਦੇ ਆ, ਮੇਰੇ ਮਾਲਕਾ, ਇਸ ਤਰ੍ਹਾਂ ਹੀ ਸਾਨੂੰ ਸਮਝਾਈ ਚੱਲਿਓ। ਜਿਸ ਲਾਈਨ 'ਚ ਤੁਸੀਂ ਸਾਨੂੰ ਲੈ ਕੇ ਜਾਓਗੇ, ਸਾਡਾ ਹੱਥ ਫੜਿਆ ਸੀ ਤੁਹਾਡੇ ਮਗਰ ਮਗਰ ਚੱਲਣਾ। ਸਾਡੇ ਮਾਲਕ ਸਾਨੂੰ ਚੰਗੇ ਪਾਸੇ ਲੈ ਕੇ ਜਾਣਗੇ, ਬੁਰੀਆਂ ਸੰਗਤਾਂ ਤੋਂ ਦੂਰ ਹਟਾਉਣਗੇ, ਔਰ ਨਾਮ ਸਿਮਰਨ ਦਾ ਦਾਤ ਦਿੰਦੇ ਆ ਸਾਨੂੰ। ਪੜ੍ਹੋ, ਸਵੇਰੇ ਉੱਠ ਕੇ ਗੁਰੂ ਸਿਮਰਨ ਕਰੋ। ਜਿਵੇਂ ਜਿਵੇਂ ਗੁਰੂ ਮਹਾਰਾਜ ਸਾਨੂੰ ਲਾਈਨ ਜਿਹੜੀ ਲਾਈਨ ਤੇ ਲੈ ਕੇ ਜਾਂਦੇ, ਅਸੀਂ ਉਹਨਾਂ ਦੇ ਮਗਰ ਬੈਠੇ ਹੀ। ਮੇਰੇ ਮਾਲਕਾ, ਸਾਨੂੰ ਇੱਕ ਪਲ ਵੀ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ। ਸਾਡੇ ਪਰਿਵਾਰ ਨੂੰ ਮੇਰਾ ਦਾ ਹੱਥ ਰੱਖਿਓ, ਹਰ ਵੇਲੇ ਆਪਣੇ ਚਰਨਾਂ ਨਾਲ ਲਾਈ ਰੱਖਿਓ। ਇੱਕ ਪਲ ਵੀ ਦੂਰ ਨਾ ਕਿਤੇ ਜਾਣ ਦਿਓ, ਖਰਾਬ ਨਾ ਹੋਵੇ ਸਾਡਾ ਇੱਕ ਇੱਕ ਵਕਤ ਵੀ, ਜਿਹੜਾ ਅਸੀਂ ਤੁਹਾਡੀ ਮਾਲਾ ਦਾ ਜਾਪ ਕਰਦੇ ਰਹੀਏ। ਹਰ ਵੇਲੇ ਮੈਂ ਤਾਂ ਕਿਚਨ 'ਚ ਕੰਮ ਕਰਦੀ ਵੀ ਗੁਰੂ ਮੰਤਰ ਲਾ ਲੈਂਦੀ ਹਾਂ, ਕੋਲੇ ਸ਼ਬਦ ਕੀਰਤਨ ਲਾਉਂਦੀ ਹਾਂ, ਸਤਸੰਗ ਸੁਣਦੀ ਰਹਿੰਦੀ ਹਾਂ। ਮੈਨੂੰ ਮੈਂ ਹੋਰ ਕੁਛ ਘੱਟ ਸੁਣਦੀ ਹਾਂ ਸੰਗਤ ਜੀ। ਜਾਂ ਮੈਨੂੰ ਮੇਰਾ ਚੈਨਲ ਬਣਾਇਆ ਹੋਇਆ ਸੀਗਾ, ਤੇ ਮੈਂ ਉਹਦੇ ਵਿੱਚ ਹੁਣ ਨਹੀਂ ਬਣਾਇਆ, ਬਹੁਤ ਟਾਈਮ ਪਹਿਲਾਂ ਬਣਾਇਆ ਸੀ। ਬਸ ਆਪਣੀਆਂ ਮਾਤਾ ਰਾਣੀ ਦਾ ਮੈਂ ਸਤਸੰਗ ਕਰਦੀ ਹਾਂ, ਉਹਦੀਆਂ ਭੇਟਾਂ ਵਗੈਰਾ ਮਤਲਬ ਕਿ ਸੁਣਾਉਂਦੀ ਹੁੰਦੀ ਸੀ ਆਪਣੇ ਚੈਨਲ ਤੇ। ਤੇ ਸੰਗਤ ਜੀ, ਇਸ ਤਰ੍ਹਾਂ ਹੀ ਗੁਰੂ ਮਹਾਰਾਜ ਨੂੰ ਕਹਿੰਦੀ ਹਾਂ ਕਿ ਮੈਨੂੰ ਆਪਣੇ ਚਰਨਾਂ ਨਾਲ ਲਾਈ ਰੱਖਿਓ, ਇੱਕ ਪਲ ਦੂਰ ਨਾ ਕਰਿਓ, ਮੇਰਾ ਦਾ ਹੱਥ ਰੱਖਿਓ। ਹੁਣ ਮੈਂ ਆਪਣਾ ਸਤਸੰਗ ਥੋੜੀ ਦੇਰ ਲਈ ਸਮਾਪਤ ਕਰਦੀ ਹਾਂ। ਸ਼ੁੱਕਰਵਾਰ ਫਿਰ ਲੈ ਕੇ ਆਉਂਗੀ। ਜੋ ਗੁਰੂ ਮਹਾਰਾਜ ਜੀ ਮੇਰੀ ਝੋਲੀ 'ਚ ਖੈਰ ਪਾਉਣਗੇ, ਜਿਸ ਤਰ੍ਹਾਂ ਦਾ ਮੈਨੂੰ ਕੋਈ ਹਿੰਟ ਦੇਣਗੇ, ਉਹਦਾ ਜਵਾਬ ਮੈਂ ਗੁਰੂ ਮਹਾਰਾਜ ਚਰਨਾਂ 'ਚ ਰੱਖੂੰਗੀ। ਹੇ ਗੁਰੂ ਮਹਾਰਾਜ ਜੀ, ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ, ਭੁੱਲ ਚੁੱਕ ਹੋ ਗਈ, ਮਾਫ਼ ਕਰਿਓ। ਸਾਰੀਆਂ ਸੰਗਤਾਂ ਤੋਂ ਮੈਂ ਮਾਫ਼ੀ ਚਾਹੁੰਦੀ ਹਾਂ। ਜੇ ਕੋਈ ਸ਼ਬਦ ਗਲਤ ਨਿਕਲ ਗਿਆ ਹੋਵੇ ਤਾਂ ਮੈਨੂੰ ਮਾਫ਼ ਕਰਿਓ। ਮੈਂ ਹੁਣ ਆਪਣਾ ਗੁਰੂ ਮੰਤਰ ਬੋਲ ਕੇ ਥੋੜੀ ਦੇਰ ਲਈ ਸਮਾਪਤ ਕਰਦੀ ਹਾਂ। ਓਮ ਨਮः शिवाय, शिव जी सदा सहाय। ओम नमः शिवाय, मेरे गुरु जी सदा सहाय। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, जय गुरु जी, जय गुरु जी। जय गुरु जी। संगत जी, अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी। शुक्राना। तो लख लख शुक्राना गुरु जी महाराज, हर पल मेरी आंखों के सामने रहते हैं। और संगत जी, ये शुक्राना करने पे मैं मजबूर हो गई हूँ, क्योंकि अभी अभी मैंने गुरु जी महाराज का, मैं फ़ोन देख रही थी तो मैंने गुरु जी महाराज का मैसेज पढ़ा, और बहुत सुंदर मैसेज है और सचमुच वो मेरे लिए है। ये मुझे पक्का पता है। तो संगत जी, मैसेज ये था, ये जो शब्द तुम सुनते हो, और शब्द आ रहा था, वाहिगुरु 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 वाहिगुरु।
तो संगत जी ये जो गुरु जी महाराज कह रहे हैं कि जो शब्द तुम सुनते हो ये सिर्फ ध्वनि नहीं है, ये मेरा आशीर्वाद है जिसकी तरंगे तुम्हारे जिसकी ध्वनि तुम्हारे अ, भाग्य को खोल रही है। शुक्राना गुरु जी महाराज। और गुरु जी महाराज कहते हैं कि ये जो संदेश तुझे मिल रहा है, ये मेरा आशीर्वाद है और इस आशीर्वाद में तुझे आज सब कुछ बदलेगा और बदलेगा ऐसे कि तुझे दिखाई नहीं दे रहा, पर तेरी ज़िंदगी में परिवर्तन शुरू हो गया है। और जो मैं कैसे चमत्कार करता हूँ ये सिर्फ तूने अभी तक सुना है, देखा नहीं है, तो अब तू देखेगी कि चमत्कार कैसे करता हूँ। शुक्राना गुरु जी महाराज, बहुत बहुत शुक्राना। तो आगे संगत जी गुरु जी महाराज कहते हैं कि तुझे शांति चाहिए, मिलेगी। तुझे पैसा चाहिए, मिलेगा। तुझे मान सम्मान चाहिए, मिलेगा। तुझे प्रेम चाहिए, सब कुछ मिलेगा। आज से तेरा नया जीवन शुरू हो गया है और तू मेरा चमत्कार देख। अब तुझे कोई नहीं रोक सकता आगे बढ़ने से। सफलता तेरे कदम चूमेगी। शुक्राना, 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 शुक्राना गुरुजी महाराज, अनंतम अनंतम शुक्राना। क्योंकि संगत जी ये जो मैसेज आज मुझे मिला है, भक्ति तो गुरुजी महाराज ने बख्शी है, उसके लिए भी अनंतम अनंतम शुक्राना। हर पल गुरुजी महाराज मेरे हृदय में निवास करते हैं, हर पल मैं सिमरन करती हूँ। ये भी मेरे परमात्मा का शुक्राना है कि उन्होंने मुझे ये दात बख्शी है, क्योंकि मैं कुछ और सोच ही नहीं पाती और यही मैं मांगती हूँ गुरुजी महाराज से कि बाबा सारी चिंताएं हर के मुझे चिंतन बख्शो। तो मेरे परमात्मा ने ये किया है और उस चीज़ से सचमुच मैं बहुत खुश हूँ कि किसी और फालतू की चीज़ में मेरा ध्यान नहीं जाता, सिर्फ गुरुजी महाराज के श्री चरणों से मेरा मन जुड़ता है और उन्होंने ये प्रीत बख्शी है। उसके लिए लख लख शुक्राना गुरुजी महाराज का। उनकी अनंत कृपाएं हैं, उनकी अनंत कृपा बरस रही है संगत जी, और मेरे मन को, मेरे हृदय को इतना भिगो रही है कि मैं आपको लफ्जों में बता नहीं सकती संगत जी। हर पल गुरु जी महाराज साथ हैं, अंग संग साथ हैं वो। और संगत जी शुक्राना गुरु जी महाराज का जितना करें उतना कम है। हर पल शुक्राना मैं तो यही मांगती हूँ गुरु जी महाराज, हर पल मैं आपका शुक्राना करूं, ऐसी कृपा करना बाबा। संसारिक चीजें मांग के क्या फायदा है, क्या फायदा होगा उनका, उनको मांग के। धन मैंने नहीं मांगा गुरुजी महाराज से, कुछ भी नहीं मांगा। मैंने तो गुरुजी महाराज की प्रीत मांगी है, वो उन्होंने दी मुझे। मैंने सिमरन मांगा, वो दिया उन्होंने। उसके लिए मैं जितना शुक्राना करूं गुरुजी महाराज का बहुत कम है संगत जी। गुरुजी महाराज इतनी कृपा करते हैं, इतनी कृपा करते हैं कि मैं आपको बता नहीं सकती। उनकी भक्ति में इतना आनंद है, इतना आनंद कि आप एक बार उनकी भक्ति में भीग के देखिए, आपका तन मन ना प्रसन्न हो जाए तो कहना। दुख का कोई आभास नहीं होता। दुख तो बहुत आते हैं संगत जी, ये नहीं है कि जिंदगी इतनी बदल गई कि हम दुखी नहीं होते, हमें कोई दुख नहीं छूता। लेकिन हाँ संगत जी, जैसे एक हवा का झोंका आता है और चला जाता है, वैसे ही दुख भी महसूस होता है और आता है और चला जाता है। क्योंकि हम इंसान है संगत जी, और इंसान इन सब चीज़ों से मुक्त नहीं हो सकता जब तक उसकी ज़िंदगी है। तो हमें इन सब चीज़ों को इतना इम्पोर्टेंस नहीं देना है। ये दुख, ये सुख, ये आया, इसने ये बोला, उसने अपमानित कर दिया, तो ये सब कुछ मायने नहीं रखता संगत जी। मायने रखता है सिर्फ हमारी प्रीत जो गुरु जी के श्री चरणों से लगी हो और इतना तालमेल हो कि संगत जी हमें कष्ट हो और हमारे परमात्मा को उस चीज़ का आभास हो जाए और वो हमारे कष्ट हर ले। सो उसके लिए बहुत बहुत शुक्राना गुरु जी महाराज, इतनी कृपा बरसाने का शुक्राना, मुझे एक नया जीवन देने का शुक्राना। सचमुच एक नया जीवन ही दिया है आपने, क्योंकि आपके इतने सुंदर सुंदर मैसेजेस आते हैं। आप कहते हैं कि तू चिंता नहीं कर, मैं हर पल तेरे साथ हूँ।
और तू जब जब रोई है उस जगह पे मैं तुझे हंसाऊंगा। जिन लोगों ने तेरे साथ बुरा किया है उनको अब मैं दंड दूंगा। तो गुरुजी महाराज, मैंने तो सब कुछ आप पे छोड़ा। मेरी कोई इच्छा नहीं कि मैं किसी को पनिश करवाऊं या मैं किसी को बुरा बोलूं। मैं तो कहती हूँ गुरुजी महाराज कि आप मुझे इतना धीरज, इतनी शांति और इतनी विनम्रता बख्शो बाबा कि कोई मेरे मुंह पे थप्पड़ भी मार दे तो भी मुझे कुछ फर्क ना पड़े, क्योंकि मेरे गुरुजी महाराज बैठे हैं ना। तो कोई कितना कष्ट देता है उसका तो मैंने अ, जो फल मिला वो मैंने देखा। कष्टों से ही तो आप मिले हो। किसी ने मुझे दुख दिया तभी तो मेरी प्रीत आपके साथ जुड़ी। और इस प्रीत को जुड़ने में अगर कोई मुझे अपमानित करता है, कोई मुझे कुछ भी बोलता है, कितना भी बुरा बोलता है, तो मुझे कोई फर्क नहीं पड़ता गुरुजी महाराज, क्योंकि आप साथ हो, आप मिल गए। उन्हीं अपमानों के थ्रू, उन्हीं कटु शब्दों के थ्रू, उन्हीं बातों के थ्रू, उन्हीं दुख के थ्रू आपने मेरा हाथ थामा। तो उसके लिए उन सब लोगों का बहुत बहुत शुक्राना गुरुजी महाराज, जिन लोगों ने मेरे साथ बुरा किया या बुरा बोला। मालिक, मुझे उनसे कोई शिकायत नहीं। मैं उन सबको बहुत पहले माफ कर चुकी हूँ। कुछ लेना देना नहीं कि उन्होंने क्या किया, क्यों किया। गुरुजी महाराज, मैं तो सिर्फ उनका शुक्राना करती हूँ कि उन्होंने जो किया उसकी वजह से आपने मेरा हाथ थामा। उसके लिए मैं उन सब की बहुत बहुत शुक्रगुजार हूँ और अपने हृदय से उनका धन्यवाद करती हूँ। परमात्मा, वो उनके जो भी उन्होंने कर्म किए या मेरे कर्म कटवाए बाबा, मैं तो आपसे हाथ जोड़कर यही प्रार्थना करूंगी बाबा, उन सबको माफ कर दीजिए, क्योंकि आप तो हो बख्शनहारे और मुझे कोई दुख नहीं है बाबा। मैं बहुत खुश हूँ। अगर वो लोग ऐसा नहीं करते तो शायद आप मुझे नहीं मिलते। इसलिए बाबा, मैं आपसे प्रार्थना करती हूँ कि उन सबको माफ कर दीजिए। मुझे उनसे किसी तरह का कोई ईर्ष्या नहीं, कोई उनके लिए मन में मैल नहीं है बाबा। आप मुझे अच्छे से जानते हो। मुझे कोई फर्क नहीं पड़ता कि कोई मेरे बारे में क्या बोल रहा है। मुझे कुछ फर्क नहीं पड़ता बाबा। आपने मुझे बहुत ही शांत कर दिया है। मेरा मन इतना, आपने मेरे हृदय को परिवर्तित कर दिया है बाबा, कि इसमें अब कुछ भी बुरा नहीं लगता। कोई कुछ भी बोले, कुछ भी बुरा नहीं लगता, ना कोई दुख होता है बाबा। सच कह रही हूँ, मुझे दुख नाम की कोई चीज नहीं है। आपने सब खत्म कर दिया। आपने मेरी सारी चिंताएं, सारी परेशानियां, सारा दुख हर लिया है बाबा। और आपने मुझे चिंतन बख्शा है, तो उसमें मैं बहुत खुश हूँ, बहुत ज्यादा खुश हूँ बाबा। मुझे कोई परेशानी नहीं है। आपकी बेटी बिल्कुल दुखी नहीं है, बहुत खुश है। जो भी मेरे किस्मत में था या जो मेरे कर्मों के अनुसार था बाबा, सब बहुत अच्छा है। किसी से कोई शिकायत नहीं, मुझे कोई दुख नहीं है, कोई तकलीफ नहीं है। मेरा मन बहुत शांत है, क्योंकि आप ही तो कहते हो कि जिसके साथ मैं हूँ उसके साथ सब कुछ है। उसे चिंता में होते हुए भी कोई चिंता नहीं सताती, उसे दुख होते हुए भी वो दुख उसे छू नहीं पाता। तो बाबा, जब जिसके साथ आप हो उसे किस तरह की चिंता या किस बात का दुख, क्योंकि परमपिता परमेश्वर जो सत्य है वही हमारे साथ है। फिर सब संसारिक चीजों का क्या करना है बाबा। ये रिश्ते तो एक ना एक दिन तो वैसे ही छूटते हैं। हमेशा के लिए तो कुछ नहीं है यहाँ पर इस दुनिया में। सभी चीजें नाशवान है। सिर्फ आपके आत्मा और परमात्मा का जो रिश्ता है वो कितना पवित्र और अनंत काल तक चलने वाला है बाबा। तो फिर जब वो रिश्ता मेरे पास है तो झूठे रिश्तों का क्या करना है बाबा। और आप ही ने तो बताया कि दुखी मत हो, ये सब कुछ मैं कर रहा हूँ, इसके पीछे मैं ही हूँ। जब तक तुम्हारे कर्म बंधन बंधे होते हैं तब तक रिश्ते निभते हैं, और फिर उसके बाद सब अपने अपने रास्ते जाते हैं। सो ये बात सिखाने के लिए बहुत बहुत शुक्राना बाबा। आपकी हर कही हुई बात दिल में बहुत गहरे उतरती है, क्योंकि वो सत्य पे आधारित होती है, और सत्य यही है। हम ऐसे ही संसार में आते हैं और झूठे रिश्ते के मोह जाल में फंस के अपना पूरा जीवन ऐसे ही नाश कर देते हैं। ना कुछ लेके आए थे, ना कुछ लेके जाते हैं। लेकिन बाबा, अब वैसा नहीं है। हम कुछ नहीं लेके आए थे, लेकिन अब बहुत कुछ लेके जाएंगे।
ये बात मुझे बहुत अच्छे से पता है और मुझे यकीन है कि आप हमेशा हर पल, आज भी और मरने के बाद भी साथ होगे बाबा। ये मेरा बिल्कुल पक्का विश्वास है और ये नाम साथ जाएगा। तो गुरुजी महाराज, इसके लिए भी बहुत-बहुत शुक्राना। आपकी भक्ति से बढ़कर इस संसार में कुछ भी नहीं है बाबा, कुछ भी नहीं। जीते तो हम पहले भी थे, हर समय कुछ ना कुछ लगा रहता था, ये नहीं है, वो नहीं है, वो नहीं है, लेकिन अब ऐसा बिल्कुल नहीं है। इतना संतोष बख्शा है बाबा आपने, उसके लिए मैं आपका जितना भी शुक्राना करूँ उतना कम है मेरे बाबा। अब मन से सारी तृष्णाएँ खत्म कर दी आपने, कोई इच्छा शेष नहीं है। अगर शेष है तो आज एक पाठ और कोई हो जाता, ये मन करता है। सिमरन में थोड़ा और समय लग जाता, यही मांगती हूँ बाबा और यही बख्शीश आप मुझे देना। अगर आपने मुझे कुछ देना है तो अपनी भक्ति में ऐसा डुबो देना परमात्मा कि दुनिया की कोई सुध-बुध ना रहे। कौन क्या कर रहा है, कौन क्या कह रहा है, सब कुछ कैसे हो रहा है बाबा, ये सब में कोई भी मन में कोई भी विचार ना आए बाबा। अगर कुछ लगे और कुछ कमी खले तो सिर्फ इतनी कि जिंदगी में सत्संग, सेवा, सिमरन और इसके अलावा कुछ भी नहीं चाहिए परमात्मा, कुछ भी नहीं चाहिए। आपका दिया हुआ सब कुछ है बाबा, सब कुछ दिया है आपने। उसके लिए आपका अनंतम अनंतम शुक्राना है गुरुजी महाराज। और इतने सुंदर सुंदर संकेत संदेश आप देते हो। और वो जो कबूतर बाहर बुलाते हैं ना मुझे सुबह बाबा, मुझे ऐसा लगता है कि आप बुला रहे हो, तो मन करता है पहले सारे काम छोड़ो, वो पहले आए तो पहले उनको खाना दूं। सुबह 7 बजे अगर मैं बाहर गई हूँ तो जरूर कोई ना कोई बैठा इंतजार कर रहा होता है मेरा। और फिर इतना अच्छा लगता है मंत्र जाप करते हुए मैं उनका स्वागत करती हूँ और उनसे कहती हूँ अभी रुको मैं आ रही हूँ। बाबा ये सेवा इतनी सुंदर है ना कि इसमें पूरा जीवन बीत जाए, बहुत आनंद है। और बाबा आपने एक और इतने प्यारे प्यारे पप्पी दे दिए, ये 5 बच्चे। मैं सुबह उठती हूँ बाबा, मेरे पीछे पीछे लाइन लगा के चलते हैं। इनको देख देख के लगता है मुझे परमात्मा तो साक्षात यही है, गुरुजी महाराज मेरे बिल्कुल साथ है। और मैं उनको गोद में लेके पहले प्यार करती हूँ समझ जी। अमृत वेला करने से पहले जैसे ही मैं पैर नीचे रखती हूँ बेड से, उनका कॉट मेरे बेड के साथ ही लगा हुआ है। तो संगत जी वो इतने प्यार से निहारते हैं, लगता है गुरुजी सुबह सुबह मेरे को कह रहे हैं पुत्र उठ गई है तू अमृत वेले में। फिर बाबा मेरा मन नहीं मानता, मैं उन सबको उठ के पहले प्यार करती हूँ। वो मेरे पीछे पीछे किचन में, बाहर मंदिर में मैं पूजा करती हूँ तो मैं मूड़े पे बैठी होती हूँ, मेरे पैरों के पास बैठे होते हैं। फिर मैं उन्हें गोद में उठा के गुरुजी को मत्था टिकाती हूँ कि गुरुजी महाराज पूजा स्वीकार करो। क्योंकि गुरुजी महाराज कहते तुम इधर उधर कहाँ ढूंढते हो मुझे, मैं तो हर पल तुम्हारे साथ हूँ। तो किसी भी रूप में होते हैं वो, और इतने सुंदर तरीके से वो निहारते हैं जैसे हम गुरुजी महाराज को ढूंढते रहते हैं हर जगह, वैसे ही उनके आंखों में वो ही प्यार होता है। इतना प्यार, निस्वार्थ प्यार तो कौन करता है परमात्मा के अलावा। और वो इतने छोटे अपनी माँ को भी नहीं ढूंढ रहे, उनकी माँ सोफे पे लेटी रहती है। संगत जी इतना प्यार करते हैं वो। मैं उनको खाना खिलाती हूँ, उनको साफ करती हूँ, स्पॉन्ज करती हूँ, और वो सुसु वगैरह करते हैं वो साफ करती हूँ सारा कुछ, सुसु पोटी। बट संगत जी मुझे ना घिन आती है ना कुछ, मुझे बहुत प्यार आता है उनके ऊपर और मैं उनको ऐसे प्यार करती हूँ। कोई समय नहीं होता उनसे प्यार करने का, कुछ नहीं। वो मेरे पीछे पीछे आते हैं, इतना लाड आता है। सबको गोद में उठा के मैं बोलती हूँ आओ चलो, मैं मेरा बस इतना कहना होता है, वो मेरे पीछे 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 चलते रहते हैं संगत जी। तो ये सब क्या है, ये प्रभु की कृपा है। प्यार तो किसी भी रूप में वो दे रहे हैं ना, वो कह रहे हैं कि तुझे प्यार चाहिए तो देता हूँ मैं। तो इतने सारे बच्चे सब बहुत प्यार करते हैं, और उनके जो बड़े 3 पेट्स हैं संगत जी वो भी बहुत प्यार करते हैं, बहुत प्यार।
शुक्राना गुरुजी महाराज, ये बेजुबान जीव जो प्यार करते हैं, जो अपने मन से आशीर्वाद देते हैं बाबा, बहुत अच्छा है ये, बहुत अच्छा, मन को बहुत सुकून पहुंचाता है। इंसान तो खुश नहीं होते बाबा हमसे, तो जीव तो खुश होते हैं, पेड़ पौधे खुश होते हैं। जो मेरे बालकनी में पेड़ पौधे लगे हैं बाबा, उनके पास जाती हूँ तो मुझे उनसे भी बहुत प्यार आता है। मुझे लगता है वो भी मुझसे बात करते हैं, और मैं सचमुच उनके कोई पीली पत्तियां आ रही हैं तो उसको हटा के उन्हें दुलार करती हूँ। अच्छा लगता है मुझे बाबा, ये आप ही ने बख्शा है सब कुछ, और चारों तरफ मुझे आप नजर आते हो, हर किसी के अंदर मुझे आप नजर आते हो बाबा। शुक्राना है आपका इतनी प्रीत बख्शने के लिए, अनंतम अनंतम शुक्राना गुरुजी महाराज। ऐसे ही कृपा बनाए रखना बाबा, हर पल अपनी भक्ति में लगाए रखना मेरे दाता, और कुछ भी व्यर्थ की बातें ना सोचूं ना बोलूं बाबा। मन ही नहीं करता किसी से फालतू बात करने का। शुक्राना गुरुजी महाराज, अनंतम अनंतम शुक्राना गुरुजी महाराज। कोई भूल चूक हुई हो तो मुझे क्षमा करना, संगत जी आप लोग भी मुझे क्षमा करना, अगर मैंने जाने अनजाने कुछ ऐसा बोला हो, उसके लिए क्षमा चाहती हूँ, और मैं अपने शुक्राना सत्संग को यही विराम लगाती हूँ। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। नानक नाम चढ़दी कला, तेरे बाणी सरबद्दा भला। कर कृपा प्रभु दीन दयाला, तेरी ओट पूरण गोपाला। जय गुरु जी, शुक्राना गुरु जी, अनंतम अनंतम शुक्राना गुरु जी महाराज। और गुरु जी महाराज ने बोला है कि ये जो मैसेज मैंने तुझे दिया है वो मेरे और भक्तों को भी शेयर कर। तो गुरु जी महाराज जरूर करती हूँ, और आज से मैं ये शेयरिंग में भी कोई कंजूसी नहीं करूंगी बाबा। आप बोलोगे शेयर कर तो मैं जरूर शेयर करूंगी। सबका भला होना चाहिए गुरु जी महाराज। जय गुरु जी, शुक्राना गुरु जी, अनंतम अनंतम शुक्राना गुरु जी महाराज। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी।